हाँ जी, गुरु स्टडी पॉइंट ਤੇ ਆਪ ਜੀ ਦਾ ਸਵਾਗਤ ਹੈ ਜੀ। ਸੋ ਦੋਸਤੋ, ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਪਤਾ, ਆਪਾਂ ਮਾਸਟਰ ਕੇਡਰ ਦੀਆਂ ਪੋਸਟਾਂ ਦੇ ਨਾਲ ਸੰਬੰਧਿਤ ਤਿਆਰੀ ਕਰਵਾ ਰਹੇ ਹਾਂ ਵੱਖ-ਵੱਖ ਵਿਸ਼ਿਆਂ ਦੀ। ਸੋ ਆਪਾਂ ਸ਼ੁਰੂ ਕੀਤਾ ਹੋਇਆ ਐਸਐਸਟੀ ਮਾਸਟਰ ਕੇਡਰ ਦੀਆਂ ਪੋਸਟਾਂ ਆਈਆਂ ਹੋਈਆਂ ਨੇ, ਲਗਭਗ 633 ਪੋਸਟਾਂ ਨੇਗੀਆਂ ਐਸਐਸਟੀ ਦੀਆਂ। ਸੋ ਆਪਾਂ ਹਿਸਟਰੀ ਤੇ ਪੋਲੀਟੀਕਲ ਸਾਇੰਸ ਸ਼ੁਰੂ ਕੀਤੇ ਹੋਏ ਨੇ, ਵਧੀਆ ਤਰੀਕੇ ਨਾਲ ਚੱਲ ਰਹੇ ਹਾਂ। ਸੋ ਆਪਾਂ ਅੱਜ ਸ਼ੁਰੂ ਕਰਾਂਗੇ ਜੀ ਮਾਡਰਨ ਹਿਸਟਰੀ, ਆਧੁਨਿਕ ਇਤਿਹਾਸ। ਮਾਡਰਨ ਹਿਸਟਰੀ ਆਪਾਂ ਅੱਜ ਸ਼ੁਰੂ ਕਰ ਰਹੇ ਹਾਂ। ਪਹਿਲਾ ਲੈਕਚਰ ਆਪਣਾ ਅੱਜ ਲੱਗਣ ਜਾ ਰਿਹਾ ਹੈਗਾ ਮਾਡਰਨ ਹਿਸਟਰੀ ਦੇ MCQ ਦਾ। ਇੰਪੋਰਟੈਂਟ ਪ੍ਰਸ਼ਨ ਨੇ ਜਿਹੜੇ ਮਹੱਤਵਪੂਰਨ ਜ਼ਿਆਦਾ ਪ੍ਰਸ਼ਨ ਹੁੰਦੇ ਨੇ, ਉਹ ਆਪਾਂ MCQ ਦੇ ਵਿੱਚ ਲੈ ਕੇ ਆ ਰਹੇ ਹਾਂ। ਪ੍ਰੋਪਰ ਡਿਟੇਲ ਹੈ ਜਿਹੜੀ ਸਾਰੇ ਟੌਪਿਕ ਵਾਈਜ਼, ਉਹ ਤੁਹਾਨੂੰ ਆਪਾਂ ਨੋਟਸ ਦੇ ਰਹੇ ਹਾਂ। ਸੋ ਆਪਾਂ 30 ਲੈਕਚਰਾਂ ਦੇ ਵਿੱਚ ਲਗਭਗ ਪਿਛਲਾ ਮਤਲਬ ਪ੍ਰਾਚੀਨ ਕਾਲ ਅਤੇ ਮੱਧਕਾਲ ਕਵਰ ਕਰ ਚੁੱਕੇ ਹਾਂ, ਅਤੇ 15-20 ਲੈਕਚਰ ਆਪਾਂ ਮਾਡਰਨ ਹਿਸਟਰੀ ਦੇ ਲੈ ਕੇ ਆਵਾਂਗੇ। ਫਿਰ ਮਿਕਸ ਚੱਲੂਗਾ। ਇਸੇ ਤਰ੍ਹਾਂ ਹੀ ਆਪਾਂ ਟੌਪਿਕ ਵਾਈਜ਼ ਚੱਲ ਰਹੇ ਹਾਂ। ਪੋਲੀਟੀਕਲ ਸਾਇੰਸ ਸ਼ੁਰੂ ਕਰ ਲਈਏ ਜੀ। ਪਹਿਲਾ ਪ੍ਰਸ਼ਨ ਆਧੁਨਿਕ ਇਤਿਹਾਸ ਦੇ ਵਿੱਚੋਂ ਈਸਟ ਇੰਡੀਆ ਕੰਪਨੀ ਤੋਂ ਸ਼ੁਰੂ ਹੁੰਦਾ। ਸੋ ਆਪਾਂ ਜੇਕਰ ਬਹੁਤ ਸਾਰੀਆਂ ਮਤਲਬ ਯੂਰਪ ਕੰਟਰੀ ਦੀਆਂ ਜਿਹੜੀਆਂ ਹੈਗੀਆਂ ਸੀਗੀਆਂ ਕੰਪਨੀਜ਼ ਆਈਆਂ ਸੀਗੀਆਂ, ਹੈ ਨਾ, ਉਹ ਸਾਰਿਆਂ ਦੀ ਗੱਲ ਕਰਾਂਗੇ। ਵੈਸੇ ਤਾਂ ਮੇਨ ਉਹਦੇ ਵਿੱਚੋਂ ਅੰਗਰੇਜ਼ ਸੀਗੇ, ਜਿਨ੍ਹਾਂ ਦੇ ਨਾਲ ਸੰਬੰਧਿਤ ਆਪਣੇ ਜ਼ਿਆਦਾ ਪ੍ਰਸ਼ਨ ਬਣਨਗੇ। ਪੁਰਤਗਾਲ ਪਹਿਲਾਂ ਆਈ ਸੀ, ਡੱਚ, ਡੈਨਸ, ਫਰਾਂਸੀਸੀ, ਅੰਗਰੇਜ਼, ਇਹ ਸਾਰੀਆਂ ਆਈਆਂ ਸੀਗੀਆਂ ਕੰਪਨੀਆਂ। ਸੋ ਇਹ ਸਾਰੇ ਲੋਕ ਆਏ ਸੀਗੇ ਇੱਧਰ ਨੂੰ ਆਪਣੇ ਭਾਰਤ ਦੇ ਵਿੱਚ ਵਪਾਰ ਕਰਨ ਦੇ ਲਈ। ਸੋ ਆਪਾਂ ਇਹ ਸ਼ੁਰੂ ਹੋ ਗਿਆ ਸੀਗਾ ਵਪਾਰ ਸਟਾਰਟਿੰਗ ਦੇ ਵਿੱਚ ਜਹਾਂਗੀਰ ਦੇ ਸਮੇਂ ਤੋਂ। ਜਹਾਂਗੀਰ ਤੋਂ ਪਰਮਿਸ਼ਨ ਮਿਲੀ ਸੀ ਅੰਗਰੇਜ਼ਾਂ ਨੂੰ। ਆਪਾਂ ਮਤਲਬ MCQ ਦੇ ਰੂਪ ਦੇ ਵਿੱਚ ਹੀ ਕਰੀਏ, ਜ਼ਿਆਦਾ ਡਿਟੇਲ ਇੱਥੇ ਠੀਕ ਨਹੀਂ ਆਉਣੀ, ਤੁਹਾਨੂੰ ਸਮਝ ਨਹੀਂ ਲੱਗਣੀ, ਉਹ ਤੁਹਾਨੂੰ ਨੋਟਸਾਂ 'ਚ ਵੀ ਪਤਾ ਲੱਗੂਗੀ। ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਦੋਂ ਹੋਈ? ਗੱਲ ਈਸਟ ਇੰਡੀਆ ਕੰਪਨੀ ਦੀ ਇਹ ਕੀ ਸੀ? ਇਹ ਯੂਰਪ ਦਾ ਇੱਕ ਹੈਗਾ ਸੀਗਾ ਵਪਾਰਕ ਸੰਗਠਨ ਬਣਿਆ ਹੋਇਆ ਸੀ, ਵਪਾਰੀਆਂ ਦਾ ਸੰਗਠਨ ਬਣਿਆ ਹੋਇਆ ਸੀ। 1599 ਦੇ ਵਿੱਚ ਯੂਰਪ ਦੇ ਜਿਹੜੇ ਲੰਡਨ ਦੇ ਵਪਾਰੀ ਸੀਗੇ, ਉਹਨਾਂ ਨੇ ਇੱਕ ਗਰੁੱਪ ਬਣਾਇਆ, ਉਹਦਾ ਨਾਂ ਸੀ ਬ੍ਰਿਟਿਸ਼ ਮਾਰਚੈਂਟ ਐਡਵੈਂਚਰ ਗਰੁੱਪ। ਦੁਬਾਰੇ ਬੋਲ ਦਿੰਦੇ ਹਾਂ, ਬ੍ਰਿਟਿਸ਼ ਮਾਰਚੈਂਟ ਐਡਵੈਂਚਰ ਗਰੁੱਪ। ਸੋ ਤੁਸੀਂ ਜੇਕਰ ਨਹੀਂ ਵੀ ਲਿਖ ਸਕਦੇ ਤਾਂ ਕੋਈ ਪ੍ਰੋਬਲਮ ਨਹੀਂ ਹੈਗਾ, ਆਪਾਂ ਇਹ ਸਾਰੇ ਜਿਹੜੀਆਂ PDF ਫਾਈਲਾਂ ਨੇ ਤੁਹਾਨੂੰ ਪ੍ਰੋਵਾਈਡ ਕਰਵਾਵਾਂਗੇ, ਸਾਰੀਆਂ MCQ ਦੀਆਂ। ਆਪਣਾ ਮਾਡਰਨ ਹਿਸਟਰੀ ਕਵਰ ਹੋ ਜੇ, ਫਿਰ ਪ੍ਰਾਚੀਨ ਮੱਧਕਾਲ ਇਹ ਹੋਏ ਪਏ ਨੇ ਆਪਣੇ ਕੋਲ ਕਵਰ, ਅਤੇ ਮਾਡਰਨ ਹਿਸਟਰੀ ਦੇ ਵੀ ਸਾਰੀਆਂ PDF ਫਾਈਲਾਂ ਤੁਹਾਨੂੰ ਪ੍ਰੋਵਾਈਡ ਕਰਵਾ ਦਿਆਂਗੇ ਬਹੁਤ ਘੱਟ ਰੇਟ ਦੇ ਵਿੱਚ। ਇਹ ਤੁਸੀਂ MCQ ਵੀ ਕਰ ਲਓਗੇ ਅਤੇ ਨੋਟਸ ਵੀ ਹੋ ਜਾਣਗੇ। ਸੋ ਇਹ ਵਪਾਰਕ ਗਰੁੱਪ ਬਣਿਆ ਸੀ। ਤਾਂ ਉੱਥੋਂ ਦੀ ਮਹਾਰਾਣੀ ਸੀਗੀ ਉਦੋਂ ਐਲਿਜ਼ਾਬੈਥ ਸੀ, ਉਹਨਾਂ ਨੇ ਇਹਦਾ ਨਾਂ ਰੱਖਤਾ ਈਸਟ ਇੰਡੀਆ ਕੰਪਨੀ। 31 ਦਸੰਬਰ 1600 ਦੇ ਵਿੱਚ ਇਹ ਬਣੀ ਸੀ ਜੀ। ਪ੍ਰਸ਼ਨ ਇੱਥੇ ਉੱਤਰ ਆਪਣਾ ਇਹਦਾ ਆ ਗਿਆ ਆਪਸ਼ਨ ਨੰਬਰ 1, ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਦੋਂ ਹੋਈ? 31 ਦਸੰਬਰ 1600 ਨੂੰ। ਆਪਸ਼ਨ ਨੰਬਰ 1 ਸਹੀ ਹੈ। 1599 ਦੇ ਵਿੱਚ ਪਹਿਲਾਂ ਇਹ ਇੱਕ ਗਰੁੱਪ ਸੀਗਾ, ਕੀ ਨਾਂ ਸੀ? ਬ੍ਰਿਟਿਸ਼ ਮਾਰਚੈਂਟ ਐਡਵੈਂਚਰ ਗਰੁੱਪ। ਉੱਥੋਂ ਦੇ ਵਪਾਰੀਆਂ ਨੇ ਰਲ ਕੇ ਗਰੁੱਪ ਬਣਾਇਆ ਸੀ ਵੀ ਆਪਾਂ ਵਪਾਰ ਕਰਨ ਜਾਣਾ ਭਾਰਤ ਦੇ ਵਿੱਚ। ਸੋ ਉਹਦੇ ਨਾਲ ਸੰਬੰਧਿਤ ਸੀ ਇਹ ਈਸਟ ਇੰਡੀਆ ਕੰਪਨੀ, ਉੱਥੋਂ ਨਾਂ ਨਿਕਲ ਕੇ ਆਇਆ ਸੀ। ਅਤੇ ਇੱਕ ਗੱਲ ਤੁਹਾਨੂੰ ਹੋਰ ਦੱਸ ਦਈਏ ਵੀ ਜਦੋਂ 31 ਦਸੰਬਰ 1600 ਨੂੰ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੋ ਗਈ, ਤਾਂ ਉੱਥੋਂ ਦੀ ਮਹਾਰਾਣੀ ਐਲਿਜ਼ਾਬੈਥ ਨੇ ਇਸ ਕੰਪਨੀ ਨੂੰ 15 ਸਾਲ ਵਾਸਤੇ ਵਪਾਰ ਕਰਨ ਦਾ ਏਕਾਧਿਕਾਰ ਦੇ ਦਿੱਤਾ ਗਿਆ। ਏਕਾਧਿਕਾਰ ਦਾ ਕੀ ਮਤਲਬ ਹੁੰਦਾ? ਵੀ ਤੁਹਾਡੇ ਤੋਂ ਬਿਨਾਂ ਹੋਰ ਕੋਈ ਵਪਾਰ ਨਹੀਂ ਕਰੂਗਾ 15 ਸਾਲਾਂ ਦਾ। ਸੋ 2 ਨੰਬਰ ਪ੍ਰਸ਼ਨ ਜੀ, ਮੁਗਲ ਸਾਮਰਾਜ ਤੋਂ ਵੱਖ ਕਰਕੇ ਬੰਗਾਲ ਨੂੰ ਸੁਤੰਤਰ ਰਾਜ ਕਿਸ ਨੇ ਬਣਾਇਆ? ਇਹ ਵੀ ਮਾਡਰਨ ਹਿਸਟਰੀ ਦੇ ਵਿੱਚ ਹੈ। ਬੰਗਾਲ, ਮਗਧ, ਇਹ ਸਾਰੇ ਆਉਂਦੇ ਨੇ। ਸੋ ਮੁਗਲ ਸਾਮਰਾਜ ਤੋਂ ਵੱਖ ਕਰ ਲਿਆ ਸੀਗਾ ਬੰਗਾਲ ਨੂੰ ਅਲੱਗ ਕਰ ਲਿਆ ਸੀ, ਸੁਤੰਤਰ ਘੋਸ਼ਿਤ ਕਰਤਾ ਸੀ। ਪਹਿਲਾਂ ਕਹਿ ਸਕਦੇ ਹਾਂ ਬੰਗਾਲ ਮੁਗਲਾਂ ਦੇ ਅੰਡਰ ਸੀਗਾ, ਅਤੇ ਉਦੋਂ ਬਾਅਦ ਮੁਗਲਾਂ ਤੋਂ ਵੱਖ ਕਰ ਲਿਆ, ਸੁਤੰਤਰ ਕਰ ਲਿਆ। ਕਿਹਨੇ ਕਰ ਲਿਆ? ਮੁਰਸ਼ਦ ਕੁਲੀ ਖਾਂ ਨੇ, ਨਿਜ਼ਾਮ ਉਲ ਮੁਲਕ ਨੇ, ਸਿਆਦਤ ਖਾਂ ਨੇ, ਉਪਰੋਕਤ ਵਿੱਚੋਂ ਕੋਈ ਨਹੀਂ। ਸੋ ਪਹਿਲੀ ਗੱਲ ਦੱਸ ਦਈਏ, ਆਪਸ਼ਨ ਨੰਬਰ 1 ਸਹੀ ਹੈ, ਇਹਦਾ ਉੱਤਰ ਨੰਬਰ 1 ਸਹੀ ਹੈ, ਮੁਰਸ਼ਦ ਕੁਲੀ ਖਾਂ। ਇਹ ਕੌਣ ਸੀ ਬੰਦਾ? ਜਦੋਂ ਔਰੰਗਜ਼ੇਬ ਦਾ ਰਾਜ ਚੱਲ ਰਿਹਾ ਸੀ ਤਾਂ 1701 ਦੇ ਵਿੱਚ ਇਹਨੂੰ ਬੰਗਾਲ ਦਾ ਸੂਬੇਦਾਰ ਬਣਾ ਦਿੱਤਾ ਔਰੰਗਜ਼ੇਬ ਨੇ। ਉੱਥੋਂ ਦਾ ਸੂਬੇਦਾਰ ਬਣਿਆ ਰਿਹਾ। ਇਹਦੀ ਬੜੀ ਉੱਥੇ ਪਕੜ ਸੀਗੀ ਬੰਗਾਲ ਦੇ ਵਿੱਚ। ਪਰ ਅਚਾਨਕ 1707 ਦੇ ਵਿੱਚ ਔਰੰਗਜ਼ੇਬ ਦੀ ਜਦੋਂ ਮੌਤ ਹੋ ਗਈ, ਤਾਂ ਇਸ ਬੰਦੇ ਨੇ, ਮੁਰਸ਼ਦ ਕੁਲੀ ਖਾਂ ਨੇ, 1707 ਦੇ ਵਿੱਚ ਆਪਣੇ ਆਪ ਨੂੰ ਮੁਗਲ ਸਾਮਰਾਜ ਤੋਂ ਸੁਤੰਤਰ ਘੋਸ਼ਿਤ ਕਰ ਦਿੱਤਾ। ਅੱਗੇ ਇਹ ਬੰਗਾਲ 'ਤੇ ਰਾਜ ਚੱਲਦਾ ਰਿਹਾ। ਮੁਰਸ਼ਦ ਕੁਲੀ ਖਾਂ ਤੋਂ ਬਾਅਦ ਸਰਫਰਾਜ਼ ਖਾਂ ਆਇਆ। ਸਰਫਰਾਜ਼ ਖਾਂ ਤੋਂ ਬਾਅਦ ਉਹਦਾ ਬੇਟਾ ਅਲੀ ਵਰਦੀ ਖਾਂ ਆਇਆ। ਅਲੀ ਵਰਦੀ ਖਾਂ ਤੋਂ ਬਾਅਦ ਉਹਦਾ ਦੋਤਾ
ਸਿਰਾਜੂਦੌਲਾ ਆਊਗਾ। ਸਿਰਾਜੂਦੌਲਾ ਦਾ ਬਾਰੇ 'ਚ ਆਪਾਂ ਡਿਟੇਲ 'ਚ ਪੜ੍ਹਾਂਗੇ। ਪਲਾਸੀ ਦੀ ਲੜਾਈ ਹੋਊਗੀ, ਬਕਸਰ ਦੀਆਂ ਲੜਾਈਆਂ ਹੋਣਗੀਆਂ। ਸੋ ਅੱਗੇ ਚੱਲਦੇ ਰਹਾਂਗੇ ਆਪਾਂ। ਸੋ 3 ਨੰਬਰ ਪ੍ਰਸ਼ਨ ਜੀ, 1740 ਈਸਵੀ ਵਿੱਚ ਬੰਗਾਲ, ਬਿਹਾਰ ਅਤੇ ਉੜੀਸਾ ਦਾ ਸੁਤੰਤਰ ਨਵਾਬ ਕੌਣ ਸੀ? ਦੇਖੋ 1707 ਦੇ ਵਿੱਚ ਮੁਰਸ਼ਦ ਕੁਲੀ ਖਾਂ ਨੇ ਸੁਤੰਤਰ ਘੋਸ਼ਿਤ ਕਰਤਾ। ਉਦੋਂ ਬਾਅਦ 1740 ਦੀ ਗੱਲ ਕਰਦੇ ਆ। ਇੱਥੇ ਫਿਰ ਆਪਾਂ ਨੋਟ ਕਰਵਾ ਗਏ ਹਾਂ, ਅਲੀ ਵਰਦੀ ਖਾਂ ਸੀਗਾ 1740, ਅਤੇ ਉਸ ਤੋਂ ਬਾਅਦ ਸਿਰਾਜੂਦੌਲਾ ਆ ਜਾਂਦਾ 1756 ਤੋਂ 57 ਤੱਕ, ਜਦੋਂ ਪਲਾਸੀ ਦੀ ਲੜਾਈ ਹੋਊਗੀ ਅੰਗਰੇਜ਼ਾਂ ਦੇ ਨਾਲ। ਸੋ ਤਾਂ 4 ਨੰਬਰ ਪ੍ਰਸ਼ਨ ਜੀ, 1756 ਈਸਵੀ ਵਿੱਚ ਅਲੀ ਵਰਦੀ ਖਾਂ ਦੀ ਮੌਤ ਤੋਂ ਬਾਅਦ ਬੰਗਾਲ ਦਾ ਨਵਾਬ ਕੌਣ ਬਣਿਆ? ਆਪਾਂ ਦੱਸ ਹੀ ਚੁੱਕੇ ਹਾਂ, ਸਿਰਾਜੂਦੌਲਾ। ਇਹ ਬੜਾ ਮਤਲਬ ਕਰੈਕਟਰ ਅਜਿਹਾ ਹੈ ਵੀ ਜਿਹਦੇ ਬਾਰੇ 'ਚ ਪ੍ਰਸ਼ਨ ਬਣ ਜਾਂਦੇ ਹੁੰਦੇ ਨੇ ਕਾਫੀ। ਇਹਦਾ ਜਦੋਂ ਰਾਜ ਬੰਗਾਲ ਦੇ ਵਿੱਚ ਇਹ ਮਤਲਬ ਦੋਹਤਾ ਸੀਗਾ ਅਲੀ ਵਰਦੀ ਖਾਂ ਦਾ, ਜਦੋਂ ਇਹ ਗੱਦੀ 'ਤੇ ਬੈਠਿਆ ਤਾਂ ਇਹਦੇ ਵਿਦਰੋਹੀ ਬਹੁਤ ਸੀਗੇ। ਬਹੁਤ ਸਾਰੇ ਲੋਕ ਚਾਹੁੰਦੇ ਸੀ ਵੀ ਅਸੀਂ ਨਵਾਬ ਬਣੀਏ ਬੰਗਾਲ ਦੇ। ਉਹ ਕਿਹੜੇ ਕਿਹੜੇ ਸੀਗੇ? ਇੱਕ ਤਾਂ ਸੀਗਾ ਮਤਲਬ ਮੀਰ ਜਾਫਰ, ਸੈਨਾਪਤੀ ਸੀਗਾ ਇਹਦਾ ਮੀਰ ਜਾਫਰ, ਅਲੀ ਵਰਦੀ ਖਾਂ ਦਾ ਸੈਨਾਪਤੀ ਹੁੰਦਾ ਸੀ। ਇਹਦੇ ਵੀ ਬੜੇ ਮਤਲਬ ਰੋਲ ਆਉਂਦਾ ਗਾ ਇਸ ਕਹਾਣੀ ਦੇ ਵਿੱਚ। ਅੱਗੇ ਇੱਕ ਸ਼ੌਕਤ ਜੰਗ ਸੀ, ਸ਼ੌਕਤ ਜੰਗ, ਇਹਨੂੰ ਮਰਵਾ ਦਿੱਤਾ ਸੀ ਸਿਰਾਜੂਦੌਲਾ ਨੇ, ਮੀਰ ਜਾਫਰ ਨੂੰ ਬਾਹਰ ਕੱਢ ਦਿੱਤਾ ਸੀ। ਇੱਕ ਘਸੀਟੀ ਬੇਗਮ ਨਾਂ ਦੀ ਸੀ, ਇਹਦੀ ਮਾਸੀ ਸੀਗੀ ਸਿਰਾਜੂਦੌਲਾ ਦੀ। ਜਦੋਂ ਅਲੀ ਵਰਦੀ ਖਾਂ ਦਾ ਦੋਹਤਾ ਆ ਗਿਆ ਤਾਂ ਇਹਦੀ ਮਾਂ ਦੀ ਇੱਕ ਭੈਣ ਸੀ ਮਤਲਬ ਮਾਸੀ, ਉਹ ਵੀ ਘਸੀਟੀ ਬੇਗਮ ਸੀ ਉਹਦਾ ਨਾਂ। ਉਹ ਵੀ ਮਤਲਬ ਦਾਅਵੇਦਾਰ ਸੀਗੀ, ਵਿਰੋਧੀ ਸੀ ਇਹਦੀ ਵੀ ਸਾਨੂੰ ਕੀ ਹੈ ਮਤਲਬ ਗੱਦੀ ਮਿਲੇ ਬੰਗਾਲ ਦੀ। ਸੋ ਇਸ ਤਰ੍ਹਾਂ ਇਹਦੀ ਕਾਫੀ ਅੱਗੇ ਚੱਲਦਾ ਰਹਿੰਦਾ। ਫਿਰ ਇਹਨੇ ਅੰਗਰੇਜ਼ਾਂ ਨਾਲ ਪੰਗਾ ਲਿਆ। ਬਲੈਕ ਹੋਲ ਇੱਕ ਘਟਨਾ ਆਊਗੀ। ਫੋਰਟ ਵਿਲੀਅਮ ਕਿਲ੍ਹਾ ਸੀ ਜਿਹੜਾ, ਫੋਰਟ ਵਿਲੀਅਮ ਕਿਲ੍ਹਾ ਸੀ, ਉਹਦੀ ਘੇਰੇਬੰਦੀ ਕਰੂਗਾ ਇਹ। ਕਾਫੀ ਗੱਲਾਂ ਆਉਣਗੀਆਂ। ਸੋ ਸਿਰਾਜੂਦੌਲਾ ਸੀ 1756 ਤੋਂ ਲੈ ਕੇ 57 ਤੱਕ ਰਿਹਾ। ਸੋ ਆਪਸ਼ਨ ਨੰਬਰ 2 ਸਹੀ ਸੀ। 4 ਨੰਬਰ ਪਰ 5 ਨੰਬਰ ਆ ਜੀ, ਅੰਗਰੇਜ਼ਾਂ ਦੀ ਸ਼ਕਤੀ ਦਾ ਉਭਾਰ ਸਭ ਤੋਂ ਪਹਿਲਾਂ ਕਿੱਥੇ ਹੋਇਆ? ਦੇਖੋ ਜਦੋਂ ਅੰਗਰੇਜ਼ ਭਾਰਤ ਦੇ ਵਿੱਚ ਆ ਗਏ, ਜਹਾਂਗੀਰ ਦੇ ਸਮੇਂ ਦੇ ਵਿੱਚ ਆਏ ਸੀਗੇ, ਸਰ ਟਾਮਸ ਰੋ ਇਹਨਾਂ ਨੇ ਸ਼ੁਰੂਆਤ ਕੀਤੀ ਸੀ। ਇਹਨਾਂ ਦਾ ਉਭਾਰ ਮਤਲਬ ਸਟਾਰਟਿੰਗ ਕਿੱਥੇ ਹੋਈ ਭਾਰਤ ਦੇ ਵਿੱਚ, ਕਿਹੜੇ ਥਾਂ ਤੋਂ ਹੋਈ? ਬੰਗਾਲ ਤੋਂ ਹੋਈ। ਆਪਸ਼ਨ ਨੰਬਰ 2 ਦੇ ਨਾਲ ਜਾਵਾਂਗੇ ਆਪਾਂ। ਬੰਗਾਲ ਦੇ ਵਿੱਚ ਹੀ ਦੇਖੋ ਇਹਨਾਂ ਨੇ ਜਦੋਂ ਮਤਲਬ ਪਹਿਲਾਂ ਮੁਰਸ਼ਦ ਕੁਲੀ ਖਾਂ ਨੇ ਇਹਨੂੰ ਸੁਤੰਤਰ ਕਰ ਲਿਆ ਮੁਗਲਾਂ ਤੋਂ। ਉਦੋਂ ਬਾਅਦ ਛੋਟੇ ਛੋਟੇ ਇਹ ਰਾਜ ਘਰਾਣੇ ਚੱਲਦੇ ਰਹੇ। ਫਿਰ ਇਹਨਾਂ ਨੇ ਅੰਗਰੇਜ਼ਾਂ ਨੇ ਕਬਜ਼ਾ ਕੀਤਾ ਇੱਥੇ ਪ੍ਰੋਪਰ, ਇਹਨੂੰ ਆਪਦੇ ਹੱਥ ਦੇ ਵਿੱਚ ਪਹਿਲਾਂ ਬੰਗਾਲ ਨੂੰ ਲਿਆ ਜਦੋਂ ਸਿਰਾਜੂਦੌਲਾ ਨੂੰ ਹਰਾਉਣਗੇ ਉਦੋਂ। ਸੋ ਉਹ ਅੱਗੇ ਆਪਾਂ ਘਟਨਾ ਪੜ੍ਹਦੇ ਹਾਂ। 6 ਨੰਬਰ ਪ੍ਰਸ਼ਨ ਜੀ, ਬਲੈਕ ਹੋਲ ਕਲਕੱਤਾ ਘਟਨਾ ਕਦੋਂ ਵਾਪਰੀ? ਇਹ ਘਟਨਾ ਸੀ ਜਿਹੜੀ ਇਸ ਘਟਨਾ ਤੋਂ ਬਾਅਦ ਹੀ ਪੰਗੇ ਪੈਣੇ ਸ਼ੁਰੂ ਹੋਏ ਆ ਸਾਰੇ। ਇਸ ਤੋਂ ਬਾਅਦ ਹੀ ਅੰਗਰੇਜ਼ਾਂ ਨੇ ਮਤਲਬ ਜਿਹੜੇ ਬੰਗਾਲ ਦੇ ਸੁਤੰਤਰ ਰਾਜੇ ਸੀਗੇ ਉਹਨਾਂ ਨੂੰ ਹਰਾਉਣਾ ਸ਼ੁਰੂ ਕੀਤਾ ਅਤੇ ਆਪਣੇ ਪੈਰ ਜਮਾਉਣੇ ਸ਼ੁਰੂ ਕੀਤੇ। ਇਹ ਬਲੈਕ ਹੋਲ ਘਟਨਾ ਕਦੋਂ ਵਾਪਰੀ? ਪ੍ਰਸ਼ਨ ਦੇ ਵਿੱਚ ਇਹ ਆ ਜੂਨ 1756 ਦੇ ਵਿੱਚ ਵਾਪਰੀ। ਆਪਸ਼ਨ ਨੰਬਰ 1 ਸਹੀ ਹੈ। ਕੀ ਸੀਗੀ ਇਹ? ਫੋਰਟ ਵਿਲੀਅਮ ਕਿਲ੍ਹਾ ਸੀ ਜਿਹੜਾ, ਉਹਦੀ ਕਿਲ੍ਹੇਬੰਦੀ ਕਰਨੀ ਸ਼ੁਰੂ ਕਰ ਦਿੱਤੀ ਇੱਕ ਵਾਰੀ ਅੰਗਰੇਜ਼ਾਂ ਨੇ। ਤਾਂ ਸਿਰਾਜੂਦੌਲਾ ਨੇ ਉਹਨਾਂ ਨੂੰ ਰੋਕਤਾ ਤਾਂ ਉਹ ਰੁਕ ਗਏ। ਤਾਂ ਕੀ ਹੋਇਆ ਮਤਲਬ ਉਹ ਕੁਛ ਘਟਨਾ ਇੱਦਾਂ ਦੀ ਵਰਤੀ ਵੀ ਬਹੁਤ ਸਾਰੇ ਲੋਕ 20-21 ਦੋਨੇ ਤਰੀਕਾਂ ਲਿਖ ਦਿੰਦੇ ਹੈਗੇ ਵਿਦਵਾਨ। 1756 ਨੂੰ ਸਿਰਾਜੂਦੌਲਾ ਨੇ 146 ਲੋਕਾਂ ਨੂੰ ਇੱਕ ਕਮਰੇ 'ਚ ਬੰਦ ਕਰ ਦਿੱਤਾ ਗਿਆ। ਧਿਆਨ 'ਚ ਰੱਖਿਓ, ਜੂਨ 1756 ਦੇ ਵਿੱਚ 21 ਜੂਨ ਵੀ ਸੀ, 20 ਜੂਨ ਵੀ, ਦੋਨਾਂ 'ਚੋਂ ਕੋਈ ਡੇਟ ਲਿਖੀ ਜਾ ਸਕਦੀ ਹੈ। ਇੱਕ ਕਮਰੇ ਦੇ ਵਿੱਚ ਬੰਦ ਕਰ ਦਿੱਤਾ 146 ਅੰਗਰੇਜ਼ਾਂ ਨੂੰ, ਜਿਹਦੇ ਵਿੱਚੋਂ 23 ਬਚੇ ਸੀਗੇ, 23 ਕੁੱਲ ਜਾਣੇ, ਬਾਕੀ ਸਾਰੇ ਮਰ ਗਏ ਸੀ। ਇਹਨੂੰ ਬਲੈਕ ਹੋਲ ਘਟਨਾ ਕਹਿ ਦਿੰਦੇ ਨੇ, ਬਲੈਕ ਹੋਲ। ਤਾਂ ਅੰਗਰੇਜ਼ ਇਹ 'ਤੇ ਭੜਕ ਉੱਠੇ ਅਤੇ ਅੰਗਰੇਜ਼ਾਂ ਨੇ ਇਹਦੇ ਨਾਲ ਮਤਲਬ ਯੁੱਧ ਕੀਤਾ। ਉਹਨੂੰ ਪਲਾਸੀ ਦੀ ਲੜਾਈ ਕਹਿ ਦਿੰਦੇ ਨੇ ਅਤੇ ਮਤਲਬ ਉਹਨੂੰ ਹਰਾ ਦਿੱਤਾ ਸੀਗਾ ਸਿਰਾਜੂਦੌਲਾ ਨੂੰ। ਅਤੇ ਫਿਰ ਉਸ ਤੋਂ ਬਾਅਦ ਮਤਲਬ ਜਿਹੜਾ ਹੈਗਾ ਉਹਨਾਂ ਦਾ ਉਭਾਰ ਸ਼ੁਰੂ ਹੋਇਆ ਅੰਗਰੇਜ਼ਾਂ ਦਾ ਸੋ ਇਹ ਬਲੈਕ ਹੋਲ ਘਟਨਾ ਸੀ ਜੀ। 7 ਨੰਬਰ ਪ੍ਰਸ਼ਨ, ਪਲਾਸੀ ਦੀ ਲੜਾਈ ਕਦੋਂ ਹੋਈ? ਸੋ ਆਪਾਂ ਇਹ ਤੁਹਾਨੂੰ ਦੱਸ ਚੁੱਕੇ ਹਾਂਗੇ। 7 ਨੰਬਰ 1 ਆਪਸ਼ਨ ਨੰਬਰ ਸਹੀ ਹੈ ਜੀ। ਆਪਸ਼ਨ ਨੰਬਰ 1 ਸਹੀ ਹੈ। ਪਲਾਸੀ ਦੀ ਲੜਾਈ 23 ਜੂਨ 1757 ਨੂੰ ਹੋਈ। ਮੀਰ ਜਾਫਰ, ਰਾਏ ਦੁਰਲੱਭ ਅਤੇ ਜਗਤ ਸ਼ੇਰ, ਇਹ 3 ਬੰਦੇ ਸਿਰਾਜੂਦੌਲਾ ਦਾ ਸਾਥ ਛੱਡ ਕੇ ਭੱਜ ਗਏ ਸੀ, ਗਦਾਰ ਨਿਕਲ ਗਏ ਸੀ। ਇੱਕ ਪਾਸੇ ਸੀ ਸਿਰਾਜੂਦੌਲਾ, ਇੱਕ ਪਾਸੇ ਸੀ ਲਾਰਡ ਕਲਾਈਵ ਦੀਆਂ ਫੌਜਾਂ। ਲਾਰਡ ਕਲਾਈਵ ਗਵਰਨਰ ਜਨਰਲ ਸੀ ਉਦੋਂ।
ਸੋ ਮੀਰ ਜਾਫਰ, ਰਾਏ ਦੁਰਲੱਭ, ਜਗਤ ਸ਼ੇਰ, ਇਹ ਤਿੰਨ ਬੰਦੇ ਇਹ ਜਿਹੇ ਸੀ ਜਿਨ੍ਹਾਂ ਨੇ ਮਤਲਬ ਅੰਗਰੇਜ਼ਾਂ ਨਾਲ ਸਮਝੌਤਾ ਕਰ ਲਿਆ ਤੇ ਸਿਰਾਜੂਦੌਲਾ ਨੂੰ ਇੱਕ ਤਰ੍ਹਾਂ ਨਾਲ ਵੇਚ ਦਿੱਤਾ ਸੀ। KM ਵਿਦਵਾਨ ਹੈ, ਇੱਕ KM ਵਿਦਵਾਨ, ਇਹਨੇ ਇਹੋ ਜਿਹੀ ਗੱਲ ਲਿਖੀ ਹੈ, ਕਹਿੰਦਾ ਵੀ ਇਹ ਇੱਕ ਤਰ੍ਹਾਂ ਦਾ, ਇਹ ਪਲਾਸੀ ਦੀ ਲੜਾਈ ਸੀ ਜਿਹੜੀ ਇੱਕ ਤਰ੍ਹਾਂ ਦਾ ਸੌਦਾ ਸੀਗਾ ਅੰਗਰੇਜ਼ਾਂ ਦੇ ਨਾਲ। ਆਹ ਤਿੰਨ ਲੋਕਾਂ ਨੇ ਕਰਿਆ, ਕਿਹੜਿਆਂ ਨੇ? ਮੀਰ ਜਾਫਰ, ਰਾਏ ਦੁਰਲੱਭ ਤੇ ਜਗਤ ਸ਼ੇਰ। ਇਹਨਾਂ ਨੇ ਸੌਦਾ ਕਰਿਆ ਵੀ ਅਸੀਂ ਇੱਕ ਵਾਰੀ ਉਹਦਾ ਸਾਥ ਦੇਵਾਂਗੇ, ਫਿਰ ਵਿਚਾਲੋਂ ਭੱਜ ਜਾਵਾਂਗੇ ਤਾਂ ਤੁਸੀਂ ਉਹ 'ਤੇ ਕਬਜ਼ਾ ਕਰ ਲਿਓ। ਸੋ ਇਸ ਤਰ੍ਹਾਂ ਦੀ ਗੱਲ ਹੋਈ। ਫਿਰ ਇੱਥੇ ਜਿਹੜੇ ਇਹ ਸੀ ਲਾਰਡ ਕਲਾਈਵ ਜਿੱਤ ਗਿਆ ਸੀ, ਅੰਗਰੇਜ਼ ਜਿੱਤ ਗਏ ਸੀਗੇ ਅਤੇ ਇਹਦੀ ਮੌਤ ਹੋ ਗਈ ਸੀ ਸਿਰਾਜੂਦੌਲਾ ਦੀ। ਤਾਂ ਫਿਰ ਉਸ ਤੋਂ ਬਾਅਦ ਮੀਰ ਜਾਫਰ ਇੱਥੋਂ ਦਾ ਕੀ ਸੀਗਾ, ਉਹ ਬਣਿਆ, ਨਵਾਬ ਬਣਾਇਆ ਤਾਂ ਸੀ ਅੰਗਰੇਜ਼ਾਂ ਨੇ ਸਮਝੌਤੇ ਦੇ ਨਾਲ। ਇਸ ਲੜਾਈ ਦੇ ਵਿੱਚ ਨਾ ਦੋ ਕਰੈਕਟਰ ਇਹੋ ਜਿਹੇ ਸੀਗੇ, ਮੀਰ ਮਦਾਨ, ਪਲਾਸੀ ਦੀ ਲੜਾਈ 'ਚ ਮੀਰ ਮਦਾਨ ਅਤੇ ਮਦਨ ਲਾਲ। ਇਹ ਬੰਦਿਆਂ ਨੇ ਬੜੀ ਜਿੰਦ ਜਾਨ ਲਾਤੀ ਸੀਗੀ ਆਪਦੀ ਲੜਾਈ ਦੇ ਵਿੱਚ। ਸਿਰਾਜੂਦੌਲਾ ਦੇ ਵਾਸਤੇ ਇਹ ਸ਼ਹੀਦ ਹੋ ਗਏ ਸੀ, ਮਾਰੇ ਗਏ ਸੀਗੇ, ਜਾਨਾਂ ਵਾਰ ਦਿੱਤੀਆਂ ਸੀ ਇਹਨਾਂ ਨੇ। 8 ਨੰਬਰ ਪ੍ਰਸ਼ਨ ਜੀ, ਪਲਾਸੀ ਦੀ ਲੜਾਈ ਕਿਹਨਾਂ ਵਿਚਕਾਰ ਹੋਈ ਆਪਾਂ ਤੁਹਾਨੂੰ ਦੱਸ ਚੁੱਕੇ ਹਾਂ। ਈਸਟ ਇੰਡੀਆ ਕੰਪਨੀ ਤੇ ਸਿਰਾਜੂਦੌਲਾ ਦੇ ਵਿਚਕਾਰ। ਇਹੀ ਸੀ ਜੀ ਆਪਸ਼ਨ ਨੰਬਰ ਪਹਿਲੀ ਸਹੀ ਹੈ। ਈਸਟ ਇੰਡੀਆ ਕੰਪਨੀ ਸੀ ਜਿਹਦਾ ਗਵਰਨਰ ਜਨਰਲ ਸੀਗਾ ਮੂਹਰੇ ਲਾਰਡ ਕਲਾਈਵ, ਸਿਰਾਜੂਦੌਲਾ ਸੀ ਦੂਸਰੇ ਪਾਸੇ, ਅਤੇ ਸਿਰਾਜੂਦੌਲਾ ਇਹਦੇ ਵਿੱਚ ਮਾਰਿਆ ਗਿਆ ਸੀ ਅਤੇ ਬੰਗਾਲ 'ਤੇ ਕਬਜ਼ਾ ਕਰ ਲਿਆ ਸੀ ਈਸਟ ਇੰਡੀਆ ਕੰਪਨੀ ਨੇ। ਅਤੇ ਬੰਗਾਲ ਦਾ ਜਿਹੜਾ ਗਵਰਨਰ ਨਵਾਬ ਸੀ ਉਹ ਮੀਰ ਜਾਫਰ ਨੂੰ ਬਣਾ ਦਿੱਤਾ ਸੀ ਇਹਨਾਂ ਨੇ ਜੀ। 9 ਨੰਬਰ ਪ੍ਰਸ਼ਨ ਜੀ, ਪਲਾਸੀ ਦੀ ਲੜਾਈ ਤੋਂ ਬਾਅਦ ਅੰਗਰੇਜ਼ਾਂ ਨੇ ਬੰਗਾਲ ਦਾ ਨਵਾਬ ਕਿਸ ਨੂੰ ਬਣਾਇਆ? ਮੀਰ ਜਾਫਰ ਨੂੰ ਬਣਾਇਆ। ਆਪਾਂ ਦੱਸ ਚੁੱਕੇ ਹਾਂ ਤੁਹਾਨੂੰ, ਮੀਰ ਜਾਫਰ ਨੂੰ ਬਣਾ ਦਿੱਤਾ। ਇਹ ਮੀਰ ਜਾਫਰ ਦਾ ਨਾ ਜਵਾਈ ਸੀ ਇੱਕ ਮੀਰ ਕਾਸਮ। ਮੀਰ ਜਾਫਰ ਨੂੰ ਲਾਹ ਕੇ ਗੱਦੀ ਤੋਂ ਵਿਚਕਾਰ ਜੇ ਸਮਾਂ ਚੱਲਿਆ ਜਦੋਂ, ਫਿਰ ਇਹਨਾਂ ਨੇ ਮੀਰ ਕਾਸਮ ਬਣਾਤਾ। ਮੀਰ ਕਾਸਮ ਜਾ ਕੇ ਫਿਰ ਅੰਗਰੇਜ਼ਾਂ ਦੀ ਬਗਾਵਤ ਕਰਦਾ ਅਤੇ ਉਹ ਨਵਾਬ, ਬੰਗਾਲ ਦੇ ਨਵਾਬ ਨਾਲ ਮਿਲਦਾ, ਸਿਰਾਜੂਦੌਲਾ ਨੂੰ ਨਾਲ ਰਲਾਉਂਦਾ, ਫਿਰ ਜਾ ਕੇ ਬਕਸਰ ਦੀ ਲੜਾਈ ਹੋਊਗੀ। ਸੋ ਆਪਸ਼ਨ ਨੰਬਰ ਪ੍ਰਸ਼ਨ ਦੇ ਮੁਤਾਬਕ ਇੱਕ ਸਹੀ ਸੀ ਜੀ। 10 ਨੰਬਰ ਪ੍ਰਸ਼ਨ, ਅੰਗਰੇਜ਼ਾਂ ਅਤੇ ਫਰਾਂਸੀਸੀਆਂ ਵਿਚਕਾਰ 7 ਸਾਲਾ ਯੁੱਧ ਕਦੋਂ ਹੋਇਆ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ, ਬਹੁਤ ਵਾਰ ਪੇਪਰਾਂ 'ਚ ਆਇਆ ਹੋਇਆ। ਅੰਗਰੇਜ਼ਾਂ ਦੇ ਵਿੱਚ ਅਤੇ ਫਰਾਂਸੀਸੀਆਂ ਦੇ ਵਿੱਚ ਭਾਰਤ ਦਾ ਕੋਈ ਰੋਲ ਨਹੀਂ ਸੀ। ਇਹਨਾਂ ਦੇ ਵਿਚਕਾਰ 7 ਸਾਲ ਯੁੱਧ ਚੱਲਦਾ ਰਿਹਾ। 7 ਸਾਲ ਯੁੱਧ ਚੱਲਿਆ ਲਗਾਤਾਰ। ਕਿਹੜੀ ਡੇਟ ਸੀ ਉਹ? 1756 ਤੋਂ 1763, 1757 ਤੋਂ 1764, 1758 ਤੋਂ 1764, 1760 ਤੋਂ 1767। ਸੋ ਇਹ ਸੀ ਜੀ 1756 ਤੋਂ 1763। ਆਪਸ਼ਨ ਨੰਬਰ 1 ਸਹੀ ਹੈ ਜੀ। 7 ਸਾਲ ਯੁੱਧ ਚੱਲਦਾ ਰਿਹਾ। ਪੈਰਿਸ ਦੀ ਸੰਧੀ ਹੋਈ ਤਾਂ ਯੁੱਧ ਜਾ ਕੇ ਖਤਮ ਹੋਇਆ। ਪੁੱਛਿਆ ਜਾਂਦਾ ਵੀ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਦੇ ਵਿਚਕਾਰ ਵੈਸੇ ਤਾਂ 3 ਯੁੱਧ ਹੋਏ ਸੀ ਟੋਟਲ। ਜਿਹੜਾ ਤੀਜਾ ਯੁੱਧ ਸੀਗਾ, ਇਹ ਤੀਜਾ ਯੁੱਧ ਸੀ 1756 ਤੋਂ 63 ਵਾਲਾ। ਇਹ ਕਿਹੜੀ ਸੰਧੀ ਨਾਲ ਖਤਮ ਹੋਇਆ? ਪੈਰਿਸ ਦੀ ਸੰਧੀ ਨਾਲ। ਉਦੋਂ ਮਤਲਬ ਅਗਵਾਈ ਕੌਣ ਕਰਦੇ ਸੀਗੇ? ਜਿਹੜੇ ਇਹ ਸੀਗੇ ਫਰਾਂਸੀਸੀ ਸੀ, ਉਹਨਾਂ ਦੀ ਅਗਵਾਈ ਕਰਦਾ ਸੀ ਕਾਊਟ ਦੇ ਲਾਲੀ, ਉਹਦਾ ਨਾਂ ਸੀ ਕਾਊਟ ਦੇ ਲਾਲੀ। ਉਦੋਂ ਇੱਥੇ ਭਾਰਤ ਦੇ ਵਿੱਚ ਉਹਨਾਂ ਦੀਆਂ ਕੰਪਨੀਆਂ ਵੀ ਸੀ ਨਾ ਇੱਥੇ। ਅੰਗਰੇਜ਼ਾਂ ਦੀ ਉਦੋਂ ਅਗਵਾਈ ਕਰਦਾ ਸੀ ਆਇਰਕੁੱਟ, ਇਹ ਅਗਵਾਈ ਕਰਦੇ ਸੀ ਉਦੋਂ। ਸੋ ਪੈਰਿਸ ਦੀ ਸੰਧੀ ਹੋਈ ਤਾਂ ਇਹ ਯੁੱਧ ਖਤਮ ਹੋਇਆ। ਸੋ 11 ਨੰਬਰ ਪ੍ਰਸ਼ਨ ਜੀ, ਅੰਗਰੇਜ਼ਾਂ ਨੇ ਨਜਾਇਜ਼ ਵਪਾਰ ਨੂੰ ਬੰਦ ਕਰਨ ਦਾ ਯਤਨ ਕਿਸ ਸ਼ਾਸਕ ਨੇ ਕੀਤਾ? ਸੋ ਅੰਗਰੇਜ਼ਾਂ ਦੇ ਨਜਾਇਜ਼, ਸਮਝਣ ਵਾਲਾ ਪ੍ਰਸ਼ਨ ਹੈ, ਵੈਰੀ ਇੰਪੋਰਟੈਂਟ ਪ੍ਰਸ਼ਨ ਹੈ। ਅੰਗਰੇਜ਼ਾਂ ਨੇ ਜਦੋਂ ਪਲਾਸੀ ਦੀ ਲੜਾਈ ਤੋਂ ਬਾਅਦ ਬੰਗਾਲ 'ਤੇ ਕਬਜ਼ਾ ਕਰ ਲਿਆ ਤਾਂ ਮੀਰ ਜਾਫਰ ਨੂੰ ਉੱਥੋਂ ਦਾ ਨਵਾਬ ਬਣਾ ਦਿੱਤਾ। ਫਿਰ ਕੀ ਹੋਇਆ? ਵਿੱਚ ਦੀ ਮੀਰ ਜਾਫਰ ਨੂੰ ਹਟਾ ਕੇ ਉਹਦੇ ਜਵਾਈ ਨੂੰ ਬਣਾ ਦਿੱਤਾ ਮੀਰ ਕਾਸਮ ਨੂੰ। ਹੁਣ ਇੱਥੇ ਗੱਲ ਇਹ ਹੋ ਗਈ ਸੀ ਵੀ ਉਦੋਂ ਅੰਗਰੇਜ਼ਾਂ ਦੇ ਨਜਾਇਜ਼ ਵਪਾਰ ਨੂੰ ਬੰਦ ਕਰਨ ਦਾ ਯਤਨ ਕੀਤਾ ਸੀ ਇਹ ਬੰਦੇ ਨੇ। ਇਹਨੇ ਨਾ ਕਈ ਗੱਲਾਂ ਕੀਤੀਆਂ। ਇਹ ਬੰਦਾ ਕਿਹੜਾ ਸੀ ਪਹਿਲਾਂ ਆਪਾਂ ਦੱਸ ਦਈਏ, ਮੀਰ ਕਾਸਮ ਸੀਗਾ। ਆਪਸ਼ਨ ਨੰਬਰ 2 ਸਹੀ ਹੈ ਪ੍ਰਸ਼ਨ ਦੇ ਅਨੁਸਾਰ। ਹੁਣ ਇਹਨੇ ਕੀ ਕਰਿਆ? ਇਹ ਬੰਦਾ ਵੈਸੇ ਤਾਂ ਅੰਗਰੇਜ਼ਾਂ ਦੇ ਅਧੀਨ, ਅੰਗਰੇਜ਼ਾਂ ਦੀ ਸਰਪ੍ਰਸਤੀ ਦੇ ਅਧੀਨ ਬੰਗਾਲ ਦਾ ਸੁਤੰਤਰ ਨਵਾਬ ਬਣ ਗਿਆ ਮੀਰ ਜਾਫਰ ਤੋਂ ਬਾਅਦ। ਪਰ ਇਹ ਬੰਦਾ ਅੰਗਰੇਜ਼ਾਂ ਦੇ ਚੁੰਗਲ 'ਚੋਂ ਬਾਹਰ ਹੋਣਾ ਚਾਹੁੰਦਾ ਸੀ, ਉਹਨਾਂ ਦੀ ਅਧੀਨਗੀ 'ਚ ਇਹ ਰਹਿਣਾ ਚਾਹੁੰਦਾ ਨਹੀਂ ਸੀ। ਤਾਂ ਇਹਨੇ ਕੀ ਕੀਤਾ? ਇਹਨੇ ਇੱਕ ਤਾਂ ਆਪਣੀ ਰਾਜਧਾਨੀ ਬਦਲ ਲਈ, ਉੱਥੋਂ ਮੰਗੇਰ ਬਣਾ ਲਈ।
ਬੰਗਾਲ ਦੀ ਰਾਜਧਾਨੀ। ਇੱਕ ਇਹਨੇ ਤੋਪਖਾਨਾ ਵੀ ਬਦਲ ਲਿਆ ਉੱਥੋਂ। ਚਲੋ ਇਹ 3-4 ਗੱਲਾਂ। ਇੱਕ ਇਹਨੇ ਕੀ ਕਰਿਆ, ਜਿਹੜੇ ਆਪਦੇ ਸੈਨਾਪਤੀ ਸੀ ਉਹਨਾਂ ਨੂੰ ਯੂਰਪੀ ਢੰਗ ਨਾਲ ਸਿਖਲਾਈ ਦੇਣੀ ਸ਼ੁਰੂ ਕਰਤੀ, ਤਿਆਰ ਕਰਨ ਲੱਗ ਗਿਆ ਇਹ ਬੰਦਾ। ਇਹ 3-4 ਗੱਲਾਂ ਅੰਗਰੇਜ਼ਾਂ ਨੇ ਜਰ ਲਈਆਂ ਵੀ ਯਾਰ ਇਹਨਾਂ ਨੂੰ ਪਤਾ ਲੱਗ ਗਿਆ ਅੰਗਰੇਜ਼ਾਂ ਨੂੰ ਵੀ ਇਹਦੇ ਫੰਗ ਜੇ ਨਿਕਲਦੇ ਆਉਂਦੇ ਨੇ ਵੀ ਇਹ ਬਗਾਵਤ ਕਰੂਗਾ। ਫਿਰ ਕੀ ਹੋਇਆ ਤਾਂ ਇਸ ਬੰਦੇ ਨੇ ਅੰਗਰੇਜ਼ਾਂ ਦਾ ਜਿਹੜਾ ਨਜਾਇਜ਼ ਵਪਾਰ ਸੀ ਉਹ ਵੀ ਬੰਦ ਕਰ ਦਿੱਤਾ, ਵੀ ਜਿਹੜੇ ਮਤਲਬ ਉਹਨੇ ਫੋਕਸ ਕਰ ਲਿਆ ਵੀ ਇੰਨਾ ਵਪਾਰ ਹੀ ਹੋਊਗਾ, ਜਿਹੜਾ ਉਹ ਨਜਾਇਜ਼ ਕਰਦੇ ਸੀ ਉਹ ਬੰਦ ਕਰ ਦਿੱਤਾ। ਤਾਂ ਅੰਗਰੇਜ਼ਾਂ ਨੂੰ ਗੁੱਸਾ ਆਇਆ, ਤਾਂ ਹੀ ਜਾ ਕੇ ਅੱਗੇ ਬਕਸਰ ਦੀ ਲੜਾਈ ਹੁੰਦੀ ਆ। ਆਪਸ਼ਨ ਨੰਬਰ 2 ਸਹੀ ਸੀ ਪ੍ਰਸ਼ਨ ਦੇ ਅਨੁਸਾਰ। ਸੋ ਕਹਾਣੀ ਟਾਈਪ ਬਣਦਾ ਜਾਂਦਾ। ਹੋ ਸਕਦਾ ਮੈਂ MCQ ਦੇ ਰੂਪ ਵਿੱਚ ਤੁਹਾਨੂੰ ਪ੍ਰੋਪਰ ਕਹਾਣੀ ਨਾ ਸਮਝਾ ਸਕਾਂ, ਮੇਨ ਆਪਾਂ ਟੱਚ ਦਿੰਦੇ ਜਾਵਾਂਗੇ। ਨੋਟਸ ਜ਼ਰੂਰ ਲਓ, ਤੁਹਾਡੇ ਸਾਹਮਣੇ ਫਿਲਮਾਂ ਬਣਦੀਆਂ ਜਾਣਗੀਆਂ ਨੋਟਸਾਂ ਦੀਆਂ ਆਪਣਿਆਂ ਦੀਆਂ। ਨੋਟਸ ਤੁਹਾਨੂੰ ਮਤਲਬ ਸਾਰਾ ਸਿਲੇਬਸ ਡਾਇਰੈਕਟ ਐਂ ਬਣ ਜੂਗਾ ਕਹਾਣੀਆਂ, ਅਤੇ ਤੁਹਾਨੂੰ SST ਦਾ ਪੇਪਰ ਮੈਟ ਦੇ ਵਿੱਚ ਹੋਊਗਾ ਤੁਹਾਡਾ ਕੰਮ। 12 ਨੰਬਰ ਪ੍ਰਸ਼ਨ, ਬਕਸਰ ਦੀ ਲੜਾਈ ਕਦੋਂ ਹੋਈ? ਸੋ ਦੇਖੋ ਮੀਰ ਕਾਸਮ ਨੇ ਜਦੋਂ ਬਗਾਵਤ ਸ਼ੁਰੂ ਕਰ ਦਿੱਤੀ ਤਾਂ ਅੰਗਰੇਜ਼ਾਂ ਤੇ ਮੀਰ ਕਾਸਮ ਦੇ ਵਿਚਕਾਰ ਫਿਰ ਲੜਾਈ ਹੁੰਦੀ ਹੈ, ਬਕਸਰ ਦਾ ਯੁੱਧ ਹੁੰਦਾ ਹੈ। ਆਪਸ਼ਨ ਨੰਬਰ 3 ਸਹੀ ਹੈ, 22 ਅਕਤੂਬਰ 1764 ਨੂੰ। 22 ਅਕਤੂਬਰ 1764। ਇੱਕ ਪਾਸੇ ਅੰਗਰੇਜ਼ ਹੁੰਦੇ ਨੇ ਇਕੱਲੇ, ਇੱਕ ਪਾਸੇ ਅੰਗਰੇਜ਼, ਦੂਸਰੇ ਪਾਸੇ 3 ਬੰਦੇ ਹੁੰਦੇ ਨੇ। ਇੱਕ ਤਾਂ ਮੀਰ ਕਾਸਮ ਹੋ ਗਿਆ, ਬੰਗਾਲ ਦਾ ਨਵਾਬ ਹੋ ਗਿਆ, ਅਤੇ ਇੱਕ ਬੰਗਾਲ ਦਾ ਨਵਾਬ ਨਹੀਂ, ਬੰਗਾਲ ਦਾ ਨਵਾਬ ਤਾਂ ਇਹੀ ਸੀਗਾ, ਮੀਰ ਕਾਸਮ ਸੀ ਦੇਖੋ। ਸੋ ਇੱਕ ਆਪਣਾ ਮੁਗਲ ਸਾਮਰਾਜ ਦਾ ਜਿਹੜਾ ਸੀਗਾ ਸਲਤਨਤ ਦਾ ਆਗੂ ਸੀਗਾ ਨਵਾਬ, ਉਹ ਹੋ ਗਿਆ। ਇੱਕ ਸਰਜਾਊ ਉਦੌਲਾ ਹੋ ਗਿਆ। ਆਪਾਂ ਅੱਗੇ ਦੱਸਦੇ ਹਾਂ, ਤੁਹਾਨੂੰ ਪੜ੍ਹਾਉਣੇ ਆ। 13 ਨੰਬਰ ਪ੍ਰਸ਼ਨ, ਕਿਸ ਲੜਾਈ ਤੋਂ ਬਾਅਦ ਬੰਗਾਲ, ਬਿਹਾਰ, ਉੜੀਸਾ ਦੀ ਦੀਵਾਨੀ ਅੰਗਰੇਜ਼ਾਂ ਕੋਲ ਆਈ? ਸੋ ਇਹ ਕਿਹੜੀ ਲੜਾਈ ਸੀ? ਜਦੋਂ ਮਤਲਬ ਬੰਗਾਲ ਦਾ ਏਰੀਆ ਸੀ, ਜਿਹੜਾ ਬੰਗਾਲ ਦਾ ਏਰੀਆ ਇਹੀ ਸੀਗਾ ਬਿਹਾਰ, ਉੜੀਸਾ, ਇਹਦਾ ਜਿਹੜਾ ਸਾਰਾ ਹੱਥ 'ਚ ਆ ਗਿਆ, ਘਰ ਦੀਵਾਨੀ ਸਾਰਾ ਸਿਸਟਮ ਇਹਨਾਂ ਦੇ ਹੱਥ 'ਚ ਆ ਗਿਆ ਅੰਗਰੇਜ਼ਾਂ ਦੇ। ਕਿਹੜੀ ਲੜਾਈ ਸੀ? ਬਕਸਰ ਦੀ ਲੜਾਈ ਸੀ। ਮਤਲਬ ਇਹਨਾਂ ਨੇ ਪ੍ਰੋਪਰ ਅਧੀਨ ਕਰ ਲਿਆ, ਆਪਦੇ ਨਵਾਬ ਬਣਾਉਣਾ ਵੀ ਛੱਡਤਾ ਇਹਨਾਂ ਨੇ ਫਿਰ। 14 ਨੰਬਰ ਪ੍ਰਸ਼ਨ ਜੀ, ਪਲਾਸੀ ਦੀ ਲੜਾਈ ਦੌਰਾਨ ਕਿਹੜੇ 2 ਦੇਸ਼ ਦਰੋਹੀ ਬੰਗਾਲ ਦੇ ਨਵਾਬ ਦੇ ਵਿਰੁੱਧ ਅੰਗਰੇਜ਼ਾਂ ਨਾਲ ਮਿਲ ਗਏ? ਆਪਾਂ ਪਹਿਲਾਂ ਕਰਵਾ ਦਿੱਤਾ ਇਹ ਪ੍ਰਸ਼ਨ ਤੁਹਾਨੂੰ, ਵੀ ਪਹਿਲਾਂ ਤਾਂ ਆਪਾਂ 3 ਕਰਵਾਇਆ, ਇਹਦੇ ਵਿੱਚ 2 ਲਿਖਿਆ ਹੋਇਆ। ਰਾਏ ਦੁਰਲੱਭ ਅਤੇ ਮੀਰ ਜਾਫਰ, ਇਹ ਬੰਦੇ ਮਿਲ ਗਏ ਸੀ ਅੰਗਰੇਜ਼ਾਂ ਦੇ ਨਾਲ ਅਤੇ ਸਰਾਜੂਦੌਲਾ ਦੇ ਖਿਲਾਫ ਲੜੇ ਸੀਗੇ ਇਹ। ਤਾਂ ਪਲਾਸੀ ਦੀ ਲੜਾਈ ਨੂੰ ਇੱਕ ਸੌਦਾ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ। 15 ਨੰਬਰ ਪ੍ਰਸ਼ਨ ਜੀ, ਅੰਗਰੇਜ਼ਾਂ, ਸੁਜਾਉਦ-ਦੌਲਾ ਅਤੇ ਮੁਗਲ ਬਾਦਸ਼ਾਹ ਆਲਮ ਦੂਜੇ ਵਿਚਕਾਰ ਇਲਾਹਾਬਾਦ ਦੀ ਸੰਧੀ ਕਦੋਂ ਹੋਈ? ਸੋ ਬਕਸਰ ਦੀ ਲੜਾਈ ਦੇ ਵਿੱਚ ਆਹ ਬੰਦੇ ਸੀ ਸਾਰੇ, ਇੱਕ ਪਾਸੇ ਅੰਗਰੇਜ਼ ਹੋ ਗਏ, ਦੂਜੇ ਪਾਸੇ ਇਹ ਸੁਜਾਉਦ-ਦੌਲਾ ਸੀ, ਮੁਗਲ ਬਾਦਸ਼ਾਹ ਸੀ ਜਿਹੜਾ ਸ਼ਾਹ ਆਲਮ ਸੀ ਉਹ ਸੀ, ਸ਼ਾਹ ਆਲਮ ਦੂਜਾ ਇਹ, ਅਤੇ ਨਾਲ ਇਹਨਾਂ ਦੇ ਤੀਜਾ ਸੀ ਮੀਰ ਕਾਸਮ, ਜੀ ਤੋਂ ਮੇਨ ਲੜਾਈ ਸ਼ੁਰੂ ਹੋਈ ਸੀ। 3 ਬੰਦੇ ਸੀ, ਇੱਕ ਪਾਸੇ ਅੰਗਰੇਜ਼, ਇਹ ਤਿੰਨੇ ਸਾਰੇ ਫੇਰ ਹਾਰ ਗਏ ਸੀ, ਅੰਗਰੇਜ਼ ਇਹਦੇ ਵਿੱਚ ਜਿੱਤ ਗਏ ਸੀ। ਇਹ ਬਕਸਰ ਦੀ ਲੜਾਈ ਸੀ। ਇਹ ਮਤਲਬ ਫਿਰ ਕਿਸੇ ਸੰਧੀ ਨਾਲ ਖ਼ਤਮ ਹੋਈ। ਇਲਾਹਾਬਾਦ ਦੀ ਸੰਧੀ ਹੋਈ ਸੀ, 2 ਸੰਧੀਆਂ ਹੋਈਆਂ ਸੀ 1765 ਦੇ ਵਿੱਚ। ਆਪਸ਼ਨ ਨੰਬਰ 1 ਸਹੀ ਹੈ ਜੀ, 1765 ਦੇ ਵਿੱਚ ਇਹ ਸੰਧੀ ਹੋਈ ਇਲਾਹਾਬਾਦ ਦੀ। ਤਾਂ ਇਹਦੇ ਵਿੱਚੋਂ ਕੀ ਸੀ, ਮੁਗਲ ਬਾਦਸ਼ਾਹ ਨੂੰ ਮਤਲਬ ਜਿਹੜਾ ਹੈਗਾ ਸੀ ਸ਼ਾਹ ਆਲਮ, ਇਹਦੇ ਬਹੁਤ ਸਾਰੇ ਜਿਹੜੇ ਖੇਤਰ ਸੀ ਉਹ ਅੰਗਰੇਜ਼ਾਂ ਨੇ ਲੈ ਲਏ। ਸੁਜਾਉਦ-ਦੌਲਾ ਤੋਂ ਬਹੁਤ ਸਾਰਾ ਖੇਤਰ ਇਹਨੂੰ ਦੇ ਦਿੱਤਾ। ਸੋ ਇਹਦੀ ਪੈਨਸ਼ਨ ਲਾ ਦਿੱਤੀ ਸੀ ਸ਼ਾਹ ਆਲਮ ਦੀ ਅੰਗਰੇਜ਼ਾਂ ਨੇ। ਤਾਂ ਪ੍ਰੋਪਰ ਜਿਹੜਾ ਬੰਗਾਲ ਨੂੰ ਆਪਦੇ ਹਿੱਸੇ 'ਚ ਕਰ ਲਿਆ ਸੀ ਅੰਗਰੇਜ਼ਾਂ ਨੇ। ਸੋ ਇਹ ਸੀ ਜੀ ਈਸਟ ਇੰਡੀਆ ਕੰਪਨੀ ਦਾ ਉਭਾਰ। ਜਦੋਂ ਸ਼ੁਰੂਆਤ ਕੀਤੀ ਆ ਉਹਨਾਂ ਨੇ ਬੰਗਾਲ 'ਤੇ ਸਟਾਰਟਿੰਗ 'ਚ ਕਬਜ਼ਾ ਕੀਤਾ। ਪਲਾਸੀ ਦੀ ਲੜਾਈ, ਬਕਸਰ ਦੀ ਲੜਾਈ ਆਪਾਂ ਇਹ ਤੁਹਾਨੂੰ ਕਰਵਾ ਚੁੱਕੇ ਹਾਂ। ਸੋ ਅੱਗੇ ਇਸੇ ਤਰ੍ਹਾਂ ਹੀ ਲੜੀਵਾਰ ਲੈਕਚਰ ਲੈ ਕੇ ਆਉਂਦੇ ਰਹਾਂਗੇ। ਜੁੜੇ ਰਹੋ ਚੈਨਲ ਦੇ ਨਾਲ। ਮਿਲਦੇ ਹਾਂ ਅਗਲੇ ਵੀਡੀਓ ਲੈਕਚਰ ਦੇ ਵਿੱਚ। ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।